ਢਿੱਲੋਂ ਸਾਹਿਬ ਕਿਵੇਂ ਦੇਖਦੇ ਹੋ? ਕਹਿੰਦੇ ਸੀਐਮ ਚੰਨੀ ਸਾਹਿਬ ਖੁਦ ਆ ਰਹੇ ਨੇ। ਜੇ ਆਉਂਦੇ ਆ ਤਾਂ ਸਵਾਗਤ ਹੈ ਉਹਨਾਂ ਦਾ, ਪਰ ਇੱਕੋ ਹੀ ਬੇਨਤੀ ਆ ਵੀ ਚੰਨੀ ਸਾਹਿਬ ਇੱਕ ਹਲਕੇ ਤੋਂ ਚੋਣ ਲੜੋ, ਫਿਰ ਇਕੱਲੇ ਆਦਮਪੁਰ ਤੋਂ ਹੀ ਲੜੋ। ਇਹ ਦੋ ਥਾਂ ਤੋਂ ਲੜਨਾ, ਤਿੰਨ ਥਾਂ ਤੋਂ ਲੜਨਾ, ਇਹ ਲੋਕ ਸਮਝਦੇ ਆ ਵੀ ਜੁਗਾੜਬੰਦੀ ਹੁੰਦੀ ਹੈ। ਆ ਹੁਣ ਚੰਨੀ ਸਾਹਿਬ ਦੀ ਸਰਕਾਰ ਨੇ ਜਾਬਤਾ ਲੱਗਣ ਤੋਂ ਇੱਕ ਦਿਨ ਪਹਿਲਾਂ ਆਰਡਰ ਕਰ ਦਿੱਤੇ, ਚੁੱਪ ਚਪੀਤੇ, ਕਿਸੇ ਅਖਬਾਰ ਨੂੰ ਨਹੀਂ ਬਾਹਲਾ ਪਤਾ ਲੱਗਾ। ਸਰਕਾਰ ਅਕਾਲੀ ਦਲ ਬਸਪਾ ਦੀ ਆ ਰਹੀ ਹੈ, ਕਿਸੇ ਨੂੰ ਨਹੀਂ ਬਖਸ਼ਾਂਗੇ। ਪਹਿਲਾਂ ਚਰਚਾ ਹੁੰਦੀ ਸੀਗੀ ਕਿ ਮਹਿੰਦਰ ਸਿੰਘ ਕੇਪੀ ਸ਼ਾਇਦ ਤੁਹਾਡੇ ਬਰਾਬਰ ਤੇ ਇਲੈਕਸ਼ਨ ਲੜ ਸਕਦੇ ਨੇ, ਹੁਣ ਚਰਚਾ ਇਹ ਹੈ ਕਿ ਚਰਨਜੀਤ ਸਿੰਘ ਚੰਨੀ ਲੜ ਸਕਦੇ ਨੇ। ਟੱਕਰ ਕਿਹਦੇ ਨਾਲ ਸਮਝਦੇ ਹੋ? ਜੇਕਰ ਚੰਨੀ ਹੁੰਦੇ ਤਾਂ ਵਾਕਿਆ ਲੱਗਦਾ ਕਿ ਸਖਤ ਮੁਕਾਬਲਾ ਫਿਰ ਇੱਕ ਹੋਏਗਾ। ਮੇਰੀ ਤਾਂ ਜਿਹੜੀ ਤਿਆਰੀ ਹੈ ਨਾ ਅਕਾਲੀ ਦਲ ਦੀ ਬਸਪਾ ਦੀ, ਉਹ ਤਾਂ ਕਾਂਗਰਸ ਨੂੰ ਧਵਸਤ ਕਰਨ ਦੀ ਤਿਆਰੀ ਆ, ਇਕੱਲੇ ਚੰਨੀ ਨੂੰ ਨਹੀਂ। ਤੁਸੀਂ ਕੰਮ ਤਾਂ ਕੀਤਾ ਨਹੀਂ ਕਾਂਗਰਸ ਨੇ ਕੋਈ ਵੀ ਡਿਵੈਲਪਮੈਂਟ ਦਾ, ਹਾਜ਼ਰ ਵੀ ਨਹੀਂ ਰਹੇ 4.5 ਸਾਲ। ਢਿੱਲੋਂ ਸਾਹਿਬ 4.5 ਸਾਲ ਦਾ ਤਾਂ ਪਤਾ ਨਹੀਂ, ਪਰ ਹੁਣ ਜਿਹੜੇ ਨੇ ਗੇੜੇ ਉਹਨਾਂ ਨੇ ਤੁਹਾਡੇ ਦੁਆਬੇ ਦੇ ਵਿੱਚ ਵਧਾਤੇ ਨੇ, ਡੇਰਾ ਬੱਲਾਂ ਦੇ ਵਿੱਚ ਕਈ ਵਾਰ ਵਿਜ਼ਿਟ ਕਰ ਚੁੱਕੇ ਨੇ, ਆਦਮਪੁਰ ਦੇ ਵਿੱਚ ਆ ਚੁੱਕੇ ਨੇ, ਕਿਤੇ ਮੁਸ਼ਕਿਲ ਨਾਲ ਖੜੀ ਕਰ ਦੇਣ। ਰੰਧਾਵਾ ਕਹਿੰਦੇ ਨੇ ਕਿ ਅਸਲੀ ਟਿਕਾਣਾ ਵਿਕਰਮ ਮਜੀਠੀਆ ਦਾ ਕਹਿੰਦੇ ਸਲਾਖਾਂ ਦੇ ਪਿੱਛੇ ਹੀ ਆ, ਕਹਿੰਦੇ ਉੱਥੇ ਪਹੁੰਚਾ ਕੇ ਹਟਾਂਗੇ। ਜੇਕਰ ਇਦਾਂ ਦੀ ਕੋਈ ਨੌਬਤ ਆ ਗਈ ਤਾਂ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਨੂੰ ਵੱਡੀ ਢਾਲ ਲੱਗ ਜੂਗੀ? ਤੁਹਾਡਾ ਕੰਮ ਖਤਮ ਹੋ ਗਿਆ ਸਰਕਾਰ ਦਾ ਤੇ ਰੰਧਾਵਾ ਸਾਹਿਬ ਦਾ, ਹੁਣ ਤਾਂ ਤੁਸੀਂ ਦਿਨ ਗਿਣਨੇ ਸ਼ੁਰੂ ਕਰੋ, ਕਿਉਂਕਿ ਸਰਕਾਰ ਆ ਰਹੀ ਹੈ। ਪੰਜਾਬ ਦੀ ਸਿਆਸਤ ਦੇ ਵਿੱਚ ਅੱਜਕੱਲ੍ਹ ਇੱਕ ਚਰਚਾ ਹੋ ਰਹੀ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਵਾਰ 2 ਵਿਧਾਨ ਸਭਾ ਸੀਟਾਂ ਤੇ ਚੋਣ ਲੜਨ ਜਾ ਰਹੇ ਨੇ, ਇੱਕ ਚਮਕੌਰ ਸਾਹਿਬ ਤੇ ਦੂਜੀ ਦੁਆਬੇ ਦੀ ਧਰਤੀ ਦੀ ਆਦਮਪੁਰ ਸੀਟ। ਆਦਮਪੁਰ ਸੀਟ ਇਸ ਕਰਕੇ ਮਹੱਤਵਪੂਰਨ ਹੈ ਕਿਉਂਕਿ ਇੱਥੇ ਐਸੀ ਭਾਈਚਾਰੇ ਦਾ ਵੋਟ ਬੈਂਕ ਪੰਜਾਬ ਦੀ ਸਿਆਸਤ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕਰਦਾ ਹੈ। ਆਦਮਪੁਰ ਤੋਂ ਮੌਜੂਦਾ ਐਮਐਲਏ ਅਕਾਲੀ ਦਲ ਦੇ ਪਵਨ ਕੁਮਾਰ ਟੀਨੂ ਹੈਗੇ ਨੇ। ਜੇਕਰ ਚਰਨਜੀਤ ਸਿੰਘ ਚੰਨੀ ਆਦਮਪੁਰ ਦੇ ਵਿੱਚ ਆਉਂਦੇ ਨੇ ਤਾਂ ਮੁਕਾਬਲਾ ਉਹਨਾਂ ਦਾ ਸਿੱਧਾ ਪਵਨ ਕੁਮਾਰ ਟੀਨੂ ਹੋਣਾ ਦੇ ਨਾਲ ਹੋਵੇਗਾ। ਪਵਨ ਕੁਮਾਰ ਟੀਨੂ ਮੇਰੇ ਨਾਲ ਹੈਗੇ ਨੇ, ਗੱਲਬਾਤ ਕਰਦੇ ਆ ਕਿਸ ਤਰੀਕੇ ਦੇ ਨਾਲ ਚੁਣੌਤੀ ਇਹ ਰਹਿਣ ਵਾਲੀ ਹੈ। ਟੀਨੂ ਸਾਹਿਬ ਕਿਵੇਂ ਦੇਖਦੇ ਹੋ? ਸਤਿ ਸ਼੍ਰੀ ਅਕਾਲ ਜੀ। ਸੀਐਮ ਚੰਨੀ ਸਾਹਿਬ ਖੁਦ ਆ ਰਹੇ ਨੇ। ਸੁਣਦੇ ਆ ਤੁਹਾਡੇ ਜ਼ਰੀਏ, ਮੀਡੀਆ ਦੇ ਜ਼ਰੀਏ ਸੁਣ ਰਹੇ ਆ, ਜੇ ਆਉਂਦੇ ਆ ਤਾਂ ਸਵਾਗਤ ਹੈ ਉਹਨਾਂ ਦਾ, ਪਰ ਇੱਕੋ ਹੀ ਬੇਨਤੀ ਆ ਵੀ ਚੰਨੀ ਸਾਹਿਬ ਇੱਕ ਹਲਕੇ ਤੋਂ ਚੋਣ ਲੜੋ, ਫਿਰ ਇਕੱਲੇ ਆਦਮਪੁਰ ਤੋਂ ਹੀ ਲੜੋ, ਫਿਰ ਹੋਰ ਪਾਸੇ ਨਹੀਂ, ਕਿਉਂਕਿ ਇਹ ਦੋ ਥਾਂ ਤੋਂ ਲੜਨਾ, ਤਿੰਨ ਥਾਂ ਤੋਂ ਲੜਨਾ, ਇਹ ਲੋਕ ਸਮਝਦੇ ਆ ਵੀ ਜੁਗਾੜਬੰਦੀ ਹੁੰਦੀ ਹੈ। ਇੱਕ ਥਾਂ ਤੋਂ ਲੜੋ, ਜ਼ਿੰਮੇਵਾਰੀ ਲਾਓ। ਦੂਜਾ, ਜੇ ਆਦਮਪੁਰ ਤੋਂ ਲੜਨਾ ਤੇ ਘੱਟੋ ਘੱਟ 5 ਸਾਲ ਦੀ ਕਾਂਗਰਸ ਦੀ ਕਾਰਜਕਾਰੀ, ਵੀ ਆਦਮਪੁਰ 'ਚ ਤੁਸੀਂ ਕੀ ਕੀਤਾ 5 ਸਾਲ, ਤੁਸੀਂ ਆਦਮਪੁਰ ਵਾਸਤੇ ਡਿਵੈਲਪਮੈਂਟ ਦੇ ਕਿਹੜੇ ਕੰਮ ਕੀਤੇ, ਉਹਦੀ ਲਿਸਟ ਜ਼ਰੂਰ ਲੈ ਕੇ ਆਇਓ, ਕਿਉਂਕਿ ਆਦਮਪੁਰ 'ਚ 5 ਸਾਲ ਸਾਡਾ ਕੰਮ ਸਾਰਾ ਵਿਕਾਸ ਦਾ ਪਿੱਛੇ ਪੈ ਗਿਆ, ਕੋਈ ਕੰਮ ਨਹੀਂ ਹੋਇਆ। ਬਲਕਿ ਚੰਨੀ ਸਾਹਿਬ ਟੈਕਨੀਕਲ ਐਜੂਕੇਸ਼ਨ ਦੇ ਮਿਨਿਸਟਰ ਸੀ, ਇਹਨਾਂ ਦੇ ਹੁਕਮਾਂ ਦੇ ਨਾਲ ਸਾਡੀ ਆਦਮਪੁਰ ਦੀ ITI ਬੰਦ ਹੋਈ 2018 'ਚ। ਸੀਵਰੇਜ ਦਾ ਕੰਮ ਆਦਮਪੁਰ ਦਾ ਪੂਰਾ ਨਹੀਂ ਹੋ ਸਕਿਆ 5 ਸਾਲ, ਉਹਦੀ ਸ਼ੁਰੂਆਤ ਅਸੀਂ ਕਰਕੇ ਗਏ ਸੀ। STP ਟ੍ਰੀਟਮੈਂਟ ਪਲਾਂਟ ਅਸੀਂ ਬਣਾਇਆ ਸੀ। ਕੋਈ ਜਿੰਨੇ ਵੀ ਨੀਂਹ ਪੱਥਰ ਰੱਖੇ ਆ ਹੁਣ ਪਿਛਲੇ ਮਹੀਨੇ, ਕਿਸੇ ਨੀਂਹ ਪੱਥਰ ਦੇ ਉੱਤੇ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਸ਼ੁਰੂ ਹੋਇਆ। ਸੋ ਇਹ ਨੀਂਹ ਪੱਥਰਾਂ ਵਾਲੀ ਝੂਠੇ ਐਲਾਨ ਕਰਨ ਵਾਲੀ ਸਰਕਾਰ ਹੈ। ਸੋ ਲੋਕਾਂ ਨੂੰ ਪਤਾ ਲੱਗੇਗਾ ਕਿ ਕੰਮ ਕਰਨ ਵਾਲੇ ਕੌਣ ਆ ਤੇ ਐਲਾਨ ਕਰਨ ਵਾਲੇ। ਟੀਨੂ ਸਾਹਿਬ ਮਕਸਦ ਕੀ ਦੇਖਦੇ ਹੋ? ਚੰਨੀ ਹੋਣਾ ਦਾ ਮਕਸਦ ਕੀ ਹੈ 2 ਵਿਧਾਨ ਸਭਾ ਸੀਟਾਂ ਤੋਂ ਲੜਨਾ, ਤੇ ਆਦਮਪੁਰ ਦੇ ਵਿੱਚ ਲੜਨ ਨੂੰ ਕਿਵੇਂ ਦੇਖਦੇ ਹੋ? ਇਹਦੇ ਪਿੱਛੇ ਦੇ ਕਾਰਨ ਕੀ ਸਮਝਦੇ ਹੋ ਤੁਸੀਂ? ਮਨਪ੍ਰੀਤ ਜੀ, ਹਾਲੇ ਤਾਂ ਪਤਾ ਲੱਗੂਗਾ ਵੀ ਜਦੋਂ ਉਹ ਲੜਨਗੇ। ਦੂਜਾ, ਜੋ ਮੈਂ ਮਹਿਸੂਸ ਕਰਦਾ ਕਿ ਦੁਆਬਾ ਜਿਹੜਾ ਆ ਉਹ ਬਹੁਜਨ ਸਮਾਜ ਪਾਰਟੀ ਦਾ ਬੜਾ ਸਟਰੋਂਗ ਹੋਲਡ ਆ। ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਹੋ ਗਿਆ ਗਠਬੰਧਨ ਪੰਜਾਬ 'ਚ। ਕਾਂਗਰਸ ਦੇ ਜਿਹੜੇ ਸਟ੍ਰੈਟੇਜਿਸਟ ਆ, ਜਿਹੜੇ ਨੀਤੀਕਾਰ ਆ, ਉਹਨਾਂ ਨੂੰ ਇਸ ਗੱਲ ਦਾ ਪਤਾ ਵੀ ਦੁਆਬੇ 'ਚ ਅਕਾਲੀ ਦਲ ਬਸਪਾ ਕਲੀਨ ਸਵੀਪ ਕਰਨ ਜਾ ਰਿਹਾ ਸਾਰੀਆਂ ਸੀਟਾਂ 'ਤੇ।
ਸੋ ਉਸ ਕਲੀਨ ਸਵੀਪ ਨੂੰ ਉਹਦੀ ਵੇਵ ਮਾਲਵੇ ਤੱਕ ਮਾਝੇ ਤੱਕ ਨਾ ਜਾਵੇ ਤਾਂ ਉਹਨੂੰ ਥੋੜਾ ਜਿਹਾ ਰੋਕਣ ਲਈ ਇਹ ਉਹਨਾਂ ਦੀ ਪਾਲਿਸੀ ਹੋ ਸਕਦੀ ਹੈ। ਪਰ ਦੁਆਬੇ 'ਚ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਲੋਕ ਆ, NRI ਆ, ਮੀਡੀਆ ਦਾ ਸੈਂਟਰ ਹੈ ਦੁਆਬਾ। ਇੱਥੇ ਦੇ ਲੋਕ ਪਰਫਾਰਮੈਂਸ ਦੇ ਉੱਤੇ ਹਮੇਸ਼ਾ ਵੋਟਾਂ ਪਾਉਂਦੇ। ਇੱਥੇ ਦੇ ਲੋਕ ਰਾਜਨੀਤੀ ਨੂੰ ਸਮਝਦੇ ਆ ਕਿ ਰਾਜਨੀਤਿਕ ਲੋਕਾਂ ਦੇ ਫਰਜ਼ ਕੀ ਹੁੰਦੇ ਆ ਤੇ ਪਬਲਿਕ ਦਾ ਫਰਜ਼ ਕੀ ਹੁੰਦਾ। ਸੋ ਜੇ ਪਿਛਲੀ ਵਾਰੀ ਮੈਂ ਆਦਮਪੁਰ ਹਲਕੇ ਤੋਂ ਜਿੱਤਿਆ ਤਾਂ ਉਹ ਵਿਕਾਸ ਦੇ ਕੰਮਾਂ ਤੇ ਜਿੱਤਿਆ, ਪਰਫਾਰਮੈਂਸ ਦੇ ਉੱਤੇ ਜਿੱਤਿਆ, ਲੋਕਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ। ਤੇ ਹੁਣ ਦੇ 5 ਸਾਲ ਜਿਹੜੇ ਕਾਂਗਰਸ ਦੇ ਆ ਉਹ ਤਾਂ ਵੇਸਟ ਹੋ ਗਏ, ਕੋਈ ਕੰਮ ਨਹੀਂ ਹੋਇਆ। ਸੋ ਹੋਰ ਇਹਦੇ ਪਿੱਛੇ ਕੋਈ ਨਹੀਂ, ਉਹ ਸਿਰਫ ਇਹ ਸੋਚਦੇ ਆ ਕਿ ਕਾਂਗਰਸ ਦੀਆਂ ਹੁਣ ਟਿਕਟਾਂ ਵੰਡੀਆਂ ਜਾਣੀਆਂ ਤੇ ਟਿਕਟਾਂ ਵੰਡਣ ਤੋਂ ਬਾਅਦ ਬਹੁਤ ਵੱਡਾ ਪਟਾਕਾ ਕਾਂਗਰਸ 'ਚ ਪੈਣਾ, ਕਿਉਂਕਿ ਵੈਸੇ ਹੀ ਕਾਂਗਰਸ 'ਚ ਅੰਦਰ ਬਹੁਤ ਲੜਾਈ ਆ। ਚੰਨੀ ਜੀ ਹੋ ਗਏ, ਸਿੱਧੂ ਹੋ ਗਏ, ਰੰਧਾਵਾ ਸਾਹਿਬ ਹੋ ਗਏ, ਸੁਨੀਲ ਜਾਖੜ ਹੋ ਗਏ, ਇਹਨਾਂ ਚਾਰਾਂ ਦੀਆਂ ਅਲੱਗ-ਅਲੱਗ ਰਸਤੇ ਆ, ਆਵਾਜ਼ਾਂ ਆ, ਆਪਸ 'ਚ ਇਕੱਠੇ ਨਹੀਂ ਹੈ। ਸੋ ਲੋਕ ਵੀ ਰੋਜ਼ ਦੇਖਦੇ ਆ ਵੀ ਇਹ ਆਪਸ 'ਚ ਲੜਦੇ ਬਹੁਤ ਹੈ। ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਕਾਂਗਰਸ ਦਾ ਕੋਈ ਸਕੋਪ ਆ, ਹੁਣ ਜੋ ਮਰਜ਼ੀ ਇਹ ਹੱਥ ਕੰਡੇ ਅਪਣਾ ਲੈਣ। ਅੱਛਾ ਟੀਨੂ ਸਾਹਿਬ, ਲੱਗਦਾ ਕਿ ਜੇਕਰ ਚਰਨਜੀਤ ਸਿੰਘ ਚੰਨੀ ਖੁਦ ਆਦਮਪੁਰ ਆ ਸਕਦੇ ਤੇ ਅਕਾਲੀ ਦਲ ਬਸਪਾ ਦੇ ਲਈ ਮੁਸ਼ਕਿਲ ਖੜੀ ਕਰ ਸਕਦੇ ਨੇ, ਕਿਉਂਕਿ ਐਸੀ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਨੇ। ਕਈ ਵਾਰ ਆਦਮਪੁਰ ਆ ਕੇ ਕਹਿ ਚੁੱਕੇ ਨੇ ਕਿ ਮੈਨੂੰ ਗੋਦ ਲੈ ਲਓ। ਦੇਖੋ ਇੱਥੋਂ ਤਾਂ ਰਿਜ਼ਰਵ ਸੀਟ ਹੈ, ਐਸੀ ਭਾਈਚਾਰੇ ਦੇ ਹੀ ਲੋਕਾਂ ਨੇ ਸਾਰਿਆਂ ਨੇ ਇਲੈਕਸ਼ਨ ਕੰਟੈਸਟ ਕਰਨੀ ਹੈ, ਇਕੱਲੇ ਚੰਨੀ ਸਾਹਿਬ ਥੋੜੀ ਹੈ। ਦੂਜਾ, ਇੱਥੇ ਦੇ 80 ਭਾਈਚਾਰੇ ਦੇ ਲੋਕ ਬੜੇ ਸਿਆਣੇ ਆ, ਬੜੀਆਂ ਮੂਵਮੈਂਟਾਂ ਵਿੱਚ ਇਹਨਾਂ ਨੇ ਯੋਗਦਾਨ ਪਾਇਆ। ਮੈਂ ਪੁੱਛਣਾ ਚਾਹੁੰਦਾ, ਚਲੋ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਵੀ ਪਰਫਾਰਮੈਂਸ ਨਿਲ ਰਹੀ ਆ ਤੇ ਚੰਨੀ ਸਾਹਿਬ ਦੇ ਵੇਲੇ 'ਚ ਇਹਨਾਂ ਨੇ ਜੋ ਐਲਾਨ ਕੀਤੇ ਆ ਸਾਰੇ ਹੀ ਝੂਠ ਸਾਬਤ ਹੋਏ ਆ। ਅੱਜ ਦੀ ਅਖਬਾਰ ਆ ਆਹ ਬਈ ਸਸਤੀ ਰੇਤ, ਕੇਬਲ, 5 ਮਰਲੇ ਦੇ ਪਲਾਟ, ਇਹ ਸਾਰਿਆਂ 'ਚ ਚੰਨੀ ਸਰਕਾਰ ਫੇਲ ਹੋ ਗਈ, ਕਿਸੇ ਨੂੰ ਨਹੀਂ ਮਿਲ ਸਕੇ। ਨਾ ਕਿਸੇ ਨੂੰ ਉਹ ਜਿਨ੍ਹਾਂ ਦੇ ਘਰ ਲਾਲ ਲਕੀਰ ਦੇ ਅੰਦਰ ਆਉਂਦੇ, ਨਾ ਕਿਸੇ ਨੂੰ ਰਜਿਸਟਰੀਆਂ ਮਿਲੀਆਂ। ਮੈਂ ਤਾਂ ਪਿੰਡਾਂ 'ਚ ਜਾ ਕੇ ਪੁੱਛਦਾ ਵੀ ਹੱਥ ਖੜਾ ਕਰੋ ਜਿਹਨੂੰ ਰਜਿਸਟਰੀ ਮਿਲ ਗਈ ਹੈ ਚੰਨੀ ਸਾਹਿਬ ਦੀ, ਕੋਈ ਵੀ ਨਹੀਂ ਹੱਥ ਖੜਾ ਕਰਦਾ। ਘਰ ਨੌਕਰੀ ਦਾ ਵਾਅਦਾ ਸੀ, ਕੁਛ ਵੀ ਨਹੀਂ ਮਿਲਿਆ। 2,500 ਰੁਪਈਆ ਮੁਆਵਜ਼ਾ ਦੇਣਾ ਸੀ ਇਹਨਾਂ ਨੇ ਬੇਰੁਜ਼ਗਾਰੀ ਦਾ, ਉਹ ਵੀ ਨਹੀਂ ਮਿਲਿਆ। ਸੋ ਮੈਨੂੰ ਇਹ ਲੱਗਦਾ ਬਈ ਇਹ ਹਲਕੇ ਦੇ ਲੋਕ ਜਿਹੜੇ ਆ ਹੁਣ ਇੱਕ ਹੋਰ ਮਾਮਲਾ ਦੇਖ ਲਓ, ਇਹ ਹਮੇਸ਼ਾ ਇਹ ਹਲਕੇ ਦੇ ਲੋਕ ਦਲਿਤ ਐਜੀਟੇਸ਼ਨਾਂ ਵਿੱਚ ਸ਼ਾਮਲ ਰਹੇ ਆ, ਜਾਗਰੂਕ ਲੋਕ ਆ ਇਹ ਸਾਰੇ ਦੁਆਬੇ ਦੇ, ਜਲੰਧਰ ਦੇ। ਹੁਣ ਚੰਨੀ ਸਾਹਿਬ ਦੀ ਸਰਕਾਰ ਨੇ ਜਾਬਤਾ ਲੱਗਣ ਤੋਂ ਇੱਕ ਦਿਨ ਪਹਿਲਾਂ ਆਰਡਰ ਕਰ ਦਿੱਤੇ, ਚੁੱਪ ਚਪੀਤੇ, ਕਿਸੇ ਅਖਬਾਰ ਨੂੰ ਨਹੀਂ ਬਾਹਲਾ ਪਤਾ ਲੱਗਾ, ਚੁੱਪ ਚਪੀਤੇ ਆਰਡਰ ਕਰ ਦਿੱਤੇ ਕਿ ਵਜ਼ੀਫਾ ਘੁਟਾਲਾ ਪੰਜਾਬ ਸਰਕਾਰ ਨੇ ਵਿਦਿਅਕ ਅਦਾਰੇ ਬਖਸ਼ੇ। ਜਿਨ੍ਹਾਂ ਵਿਦਿਅਕ ਅਦਾਰਿਆਂ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਘੁਟਾਲਾ ਕੀਤਾ, ਵਜ਼ੀਫਾ ਘੁਟਾਲਾ ਕੀਤਾ, ਜਿਨ੍ਹਾਂ ਦੇ ਸਿਰ ਦੇ ਉੱਤੇ 101 ਕਰੋੜ ਰੁਪਏ ਦੀ ਰਾਸ਼ੀ ਆਡਿਟ ਵਿੱਚ ਨਿਕਲੀ ਸੀ, ਉਹਨਾਂ ਨੂੰ ਹੁਣ ਚੰਨੀ ਸਾਹਿਬ ਨੇ ਮਾਫ ਕਰ ਦਿੱਤਾ। ਉਹ ਅਦਾਰੇ ਕਿਹੜੇ ਆ ਜਿੱਥੇ ਚੰਨੀ ਸਾਹਿਬ ਆਣ ਕੇ ਜਿਨ੍ਹਾਂ ਅਦਾਰਿਆਂ 'ਚ ਯੂਨੀਵਰਸਿਟੀਆਂ 'ਚ ਭੰਗੜਾ ਪਾਉਂਦੇ ਸੀ। ਸੋ ਭੰਗੜਾ ਪਾਉਣ ਦਾ ਮਤਲਬ ਹੁਣ ਸਮਝ ਆਉਂਦਾ ਕਿ ਜਦੋਂ ਤੁਸੀਂ ਕਿਸੇ ਕੋਲੋਂ 7 ਕਰੋੜ ਰੁਪਈਆ ਲੈਣਾ ਸੀ ਯੂਨੀਵਰਸਿਟੀ ਕੋਲੋਂ ਸਰਕਾਰ ਨੇ, ਤਾਂ ਤੁਸੀਂ ਉਹਦੇ ਕੋਲੋਂ ਸਿਰਫ 1 ਕਰੋੜ ਰੁਪਈਆ ਲੈਣਾ, 6 ਕਰੋੜ ਉਹਨੂੰ ਛੱਡ ਦਿੱਤਾ। ਕਪੂਰਥਲੇ ਦੀ ਯੂਨੀਵਰਸਿਟੀ ਆ, ਜਲੰਧਰ ਦੀ ਯੂਨੀਵਰਸਿਟੀ ਆ, ਚੰਡੀਗੜ੍ਹ ਦੀ ਪ੍ਰਾਈਵੇਟ ਯੂਨੀਵਰਸਿਟੀ ਆ, ਕਰੋੜਾਂ ਰੁਪਈਆ ਉਹਨਾਂ ਨੂੰ ਛੱਡ ਦਿੱਤਾ ਇੱਕ ਦਿਨ ਪਹਿਲਾਂ ਜਾਬਤੇ ਤੋਂ। ਕਾਰਨ ਇਹ ਆ ਕਿ ਉਹਨਾਂ ਯੂਨੀਵਰਸਿਟੀਆਂ ਦੇ ਨਾਲ, ਪ੍ਰਾਈਵੇਟ ਯੂਨੀਵਰਸਿਟੀਆਂ ਦੀ ਚੀਫ ਮਿਨਿਸਟਰ ਸਾਹਿਬ ਦੇ ਨਾਲ ਅੰਦਰ ਲੈ ਦੇ ਹੋ ਗਈ ਹੈ, ਡੀਲ ਹੋ ਗਈ ਹੈ, ਪੈਸਿਆਂ ਦਾ ਲੈਣ ਦੇਣ ਹੋ ਗਿਆ, ਉਹਨਾਂ ਨੂੰ ਛੱਡ ਦਿੱਤਾ ਗਿਆ। ਨਹੀਂ ਤਾਂ ਉਹਨਾਂ ਦੇ ਉੱਤੇ 2018 ਦੀ ਕੈਬਨਿਟ ਦਾ ਫੈਸਲਾ ਆ ਸਰਕਾਰ ਦਾ ਵੀ ਜਿਹੜੇ ਵਿਦਿਅਕ ਅਦਾਰੇ ਵੱਲ 50 ਲੱਖ ਰੁਪਈਆ ਰਿਕਵਰੀ ਹੋਏਗੀ
ਉਹ ਤਾਂ ਕਰ ਸਕਦਾ ਆ, 50 ਲੱਖ ਰੁਪਈਆ ਦੇ ਸਕਦਾ ਗਵਰਨਮੈਂਟ ਨੂੰ, ਪਰ ਜਿਹਦੇ ਕੋਲ 50 ਲੱਖ ਤੋਂ ਵੱਧ ਰਿਕਵਰੀ ਆ ਉੱਤੇ FIR ਹੋਏਗੀ। ਇਹ ਆਪਣਾ ਇਹਨਾਂ ਦਾ ਫੈਸਲਾ 2018 ਦਾ। ਹੁਣ ਜਿਨ੍ਹਾਂ ਕੋਲੋਂ 15-15 ਕਰੋੜ ਰੁਪਈਆ ਲੈਣਾ ਆ, ਉਹਨਾਂ ਨੂੰ ਚੰਨੀ ਸਾਹਿਬ ਨੇ ਕਹਿ ਦਿੱਤਾ ਤੁਸੀਂ 1 ਕਰੋੜ ਜਮ੍ਹਾਂ ਕਰਾ ਦਿਓ, ਬਾਕੀ 14 ਕਰੋੜ ਮਾਫ। 14 ਕਰੋੜ ਮਾਫ ਨਹੀਂ ਹੋਏ, ਉਹਨਾਂ ਯੂਨੀਵਰਸਿਟੀਆਂ ਨਾਲ ਲੈਣ ਦੇਣ ਹੋ ਗਿਆ। ਔਰ ਇਹ ਉਹ ਬੱਚੇ ਜਿਹੜੇ 6 ਲੱਖ ਬੱਚਾ ਪਿਛਲੇ 5 ਸਾਲ ਖੱਜਲ ਖਰਾਬ ਹੁੰਦਾ ਰਿਹਾ, ਜਿਨ੍ਹਾਂ ਦਾ ਵਿਦਿਅਕ ਕੈਰੀਅਰ ਖਤਮ ਹੋ ਗਿਆ, ਭਵਿੱਖ ਖਰਾਬ ਹੋ ਗਿਆ ਜਿਨ੍ਹਾਂ ਦਾ, ਉਹਨਾਂ ਦੇ ਮਾਂ-ਬਾਪ ਦੇ ਸੁਪਨੇ ਚਕਨਾਚੂਰ ਹੋ ਗਏ। ਉਹ ਸਟੂਡੈਂਟ ਦਲਿਤ ਜਿਹੜੇ ਕਾਲਜ ਯੂਨੀਵਰਸਿਟੀਆਂ 'ਚ ਪੜ੍ਹ ਕੇ ਡਿਗਰੀਆਂ ਲੈ ਕੇ ਚੰਗੀਆਂ ਜੌਬਾਂ ਤੇ ਹੋਣੇ ਚਾਹੀਦੇ ਸੀ, ਉਹ ਅੱਜ ਆਟੋ ਚਲਾ ਰਹੇ ਆ, ਅੱਜ ਉਹ ਮਜ਼ਦੂਰੀ ਕਰ ਰਹੇ ਆ। ਉਹਨਾਂ ਬੱਚਿਆਂ ਔਰ ਉਹਨਾਂ ਦੇ ਮਾਂ-ਬਾਪ ਦੇ ਜ਼ਖਮਾਂ ਤੇ ਚੰਨੀ ਸਾਹਿਬ ਨੇ ਲੂਣ ਛਿੜਕ ਦਿੱਤਾ ਆ ਵਿਦਿਅਕ ਅਦਾਰਿਆਂ ਨੂੰ ਛੱਡ ਕੇ। ਔਰ ਮੈਂ ਦੱਸ ਦਿੰਦਾ ਤੁਹਾਨੂੰ, ਸਰਕਾਰ ਅਕਾਲੀ ਦਲ ਬਸਪਾ ਦੀ ਆ ਰਹੀ ਆ, ਕਿਸੇ ਨੂੰ ਨਹੀਂ ਬਖਸ਼ਾਂਗੇ। ਇਹ ਸਾਰੇ ਦੀ ਜਿੱਦਾਂ ਸਾਧੂ ਸਿੰਘ ਧਰਮਸੋਤ ਦੇ ਉੱਤੇ 64 ਕਰੋੜ ਦਾ ਘਪਲੇ ਦਾ ਇਲਜ਼ਾਮ ਆ, ਇਦਾਂ ਹੀ ਹੁਣ ਚੰਨੀ ਸਾਹਿਬ ਤੁਸੀਂ ਵੀ ਦੋਸ਼ੀ ਹੋ ਗਏ ਆ। 2017 ਤੱਕ 4,10,000 ਬੱਚਾ ਸ਼ਡਿਊਲ ਕਾਸਟਾਂ ਦਾ ਪੜ੍ਹਦਾ ਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਤਹਿਤ ਸਕੀਮ ਦੇ ਤਹਿਤ। ਅੱਜ ਉਹਦੀ ਗਿਣਤੀ ਘਟ ਕੇ 1.25 ਲੱਖ ਰਹਿ ਗਈ, 1.5 ਲੱਖ ਰਹਿ ਗਈ ਆ। ਕੌਣ ਦੋਸ਼ੀ ਆ? ਤੁਹਾਡੀ ਸਰਕਾਰ ਦੋਸ਼ੀ ਆ, ਤੁਸੀਂ ਦੋਸ਼ੀ ਆ। ਸਾਧੂ ਸਿੰਘ ਧਰਮਸੋਤ, ਚਰਨਜੀਤ ਸਿੰਘ ਚੰਨੀ ਜਿਹੜੇ ਹੁਣ ਦੇ ਮੁੱਖ ਮੰਤਰੀ ਆ, ਔਰ ਜਿਹੜੀਆਂ ਨਿੱਜੀ ਯੂਨੀਵਰਸਿਟੀਆਂ ਤੇ ਕਾਲਜ ਆ ਜਿਹੜੇ ਦੋਸ਼ੀ ਆ, ਇਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ। ਇਹ ਸਰਕਾਰ ਆਈ ਤੇ ਇਨਵੈਸਟੀਗੇਸ਼ਨ ਹੋਏਗੀ, ਜਾਂਚ ਹੋਏਗੀ, ਸਾਰਿਆਂ ਨੂੰ ਇਹਦਾ ਖਮਿਆਜਾ ਭੁਗਤਣਾ ਪਏਗਾ, ਵਿੱਚੇ ਚੰਨੀ ਸਾਹਿਬ। ਅੱਛਾ, ਸਭ ਤੋਂ ਵੱਧ ਗਿਣਤੀ ਤੁਹਾਡੇ ਏਰੀਏ ਦੇ ਵਿੱਚ ਹੀ ਆ ਇਹਨਾਂ ਸਟੂਡੈਂਟਸ ਦੀ। ਇਹਨਾਂ ਲੋਕਾਂ ਨੂੰ ਕਹਿ ਰਹੇ ਨੇ ਕਿ CM ਚੰਨੀ ਕਹਿੰਦੇ ਮੈਨੂੰ ਗੋਦ ਲੈ ਲਓ। ਕੀ ਲੱਗਦਾ ਕਿ ਭਰੋਸਾ ਜਿਤਾਉਣਗੇ ਜੇਕਰ ਚੰਨੀ ਆ ਗਏ ਇੱਥੇ? ਤਾਂ ਲੋਕ ਸਵਾਲ ਪੁੱਛਣਗੇ, ਮਾਂ-ਬਾਪ ਸਵਾਲ ਪੁੱਛਣਗੇ ਕਿ ਸਾਡੇ ਬੱਚਿਆਂ ਨੂੰ ਡਿਗਰੀਆਂ ਕਿਉਂ ਨਹੀਂ ਮਿਲੀਆਂ, ਸਾਡੇ ਬੱਚਿਆਂ ਨੂੰ ਦਾਖਲੇ ਕਿਉਂ ਨਹੀਂ ਮਿਲੇ, ਸਾਡੇ ਬੱਚਿਆਂ ਨੂੰ ਕੁੜੀਆਂ ਮੁੰਡਿਆਂ ਨੂੰ ਯੂਨੀਵਰਸਿਟੀਆਂ ਵਿੱਚੋਂ ਕੱਢਿਆ ਕਿਉਂ ਗਿਆ। ਇਹ ਸਵਾਲ ਹੋਣਗੇ। ਇਹਨੂੰ ਇਕੱਲੇ ਚੰਨੀ ਸਾਹਿਬ ਨੂੰ ਨਹੀਂ, ਜਿਹੜਾ ਵੀ ਕਾਂਗਰਸ ਦਾ ਉਮੀਦਵਾਰ ਆਏਗਾ ਉਹਨਾਂ ਨੂੰ ਸਵਾਲ ਹੋਣਗੇ। ਕਿਉਂਕਿ ਜਦੋਂ ਤੁਸੀਂ ਕਾਂਗਰਸ ਵੱਲੋਂ ਲੜਨ ਜਾਣਾ ਇਲੈਕਸ਼ਨ, ਤੇ ਤੁਸੀਂ 5 ਸਾਲ ਦੀ ਆਪਣੀ ਕਾਰਜਕਾਰੀ, ਆਪਣਾ ਰਿਪੋਰਟ ਕਾਰਡ ਲੈ ਕੇ ਜਾਣਾ ਉੱਥੇ। ਸੋ ਸ਼ਡਿਊਲਡ ਕਾਸਟ ਬੱਚੇ, ਉਹਨਾਂ ਦੇ ਮਾਂ-ਬਾਪ, ਹਰ ਸ਼ਡਿਊਲਡ ਕਾਸਟ ਕਾਂਗਰਸ ਦੇ ਉਮੀਦਵਾਰ ਨੂੰ ਪੁੱਛਣਗੇ, ਚਾਹੇ ਉਹ ਕਿਸੇ ਹੋਰ ਹਲਕੇ 'ਚੋਂ ਵੀ ਲੜ ਰਿਹਾ। ਜਿੰਨੇ ਵੀ ਸ਼ਡਿਊਲਡ ਕਾਸਟ ਸੀਟਾਂ ਤੋਂ MLA ਆ, ਉਹਨਾਂ ਸਭ ਨੂੰ ਇਹ ਸਵਾਲ ਪੁੱਛਣਾ ਬਣਦਾ ਕਿ ਤੁਸੀਂ 5 ਸਾਲ ਚੁੱਪ ਕਿਉਂ ਰਹੇ। ਆ ਤੁਸੀਂ ਕੈਬਨਿਟ ਦੇ ਵਿੱਚ ਜਿਹੜੇ ਹੋਰ ਜਿਹੜੇ ਦਲਿਤ ਮਿਨਿਸਟਰ ਬੈਠੇ ਆ, ਅਰੁਣਾ ਚੌਧਰੀ ਜੀ ਆ, ਚੰਨੀ ਸਾਹਿਬ ਆ, ਵੇਰਕਾ ਜੀ ਆ, ਉਹਨਾਂ ਕੋਲੋਂ ਵੀ ਸਵਾਲ ਪੁੱਛੇ ਜਾਣਗੇ ਕਿ ਤੁਸੀਂ ਕਿਉਂ ਨਹੀਂ ਬੋਲੇ, ਆ ਚੁੱਪ ਚਪੀਤੇ ਕਿਉਂ ਤੁਸੀਂ ਯੂਨੀਵਰਸਿਟੀਆਂ ਨੂੰ ਛੱਡ ਦਿੱਤਾ, ਕਿੰਨੇ ਪੈਸਿਆਂ ਦੀ ਲੈ ਦੇ ਹੋਈ ਆ, ਇਹਦੀ ਜਾਂਚ ਕੀਤੀ ਜਾਏਗੀ, ਛੱਡਣਾ ਨਹੀਂ ਕਿਸੇ ਨੂੰ। ਅੱਛਾ ਟਿੰਨੂ ਸਾਹਿਬ, ਇਹ ਤਾਂ ਵੀ ਲੋਕ ਹਿਸਾਬ ਕਰ ਦੇਣਗੇ ਜਦੋਂ ਵੋਟਾਂ ਆਉਣਗੀਆਂ। ਤਾਂ ਇੱਕ ਪਾਸੇ ਪਹਿਲਾਂ ਚਰਚਾ ਹੁੰਦੀ ਸੀਗੀ ਕਿ ਮਹਿੰਦਰ ਸਿੰਘ KP ਸ਼ਾਇਦ ਤੁਹਾਡੇ ਬਰਾਬਰ ਤੇ ਇਲੈਕਸ਼ਨ ਲੜ ਸਕਦੇ ਨੇ, ਹੁਣ ਚਰਚਾ ਇਹ ਹੈ ਕਿ ਚਰਨਜੀਤ ਸਿੰਘ ਚੰਨੀ ਲੜ ਸਕਦੇ ਨੇ। ਟੱਕਰ ਕਿਹਦੇ ਨਾਲ ਸਮਝਦੇ ਹੋ? ਜੇਕਰ ਚੰਨੀ ਹੁੰਦੇ ਤਾਂ ਵਾਕਿਆ ਲੱਗਦਾ ਕਿ ਸਖਤ ਮੁਕਾਬਲਾ ਫਿਰ ਇੱਕ ਹੋਏਗਾ। ਦੇਖੋ, ਇਲੈਕਸ਼ਨ ਤਾਂ ਇਲੈਕਸ਼ਨ ਹੀ ਹੁੰਦਾ ਮਨਪ੍ਰੀਤ ਜੀ, ਜਿੱਦਾਂ ਕੋਈ ਵੀ ਮੈਚ ਸੌਖਾ ਨਹੀਂ ਹੁੰਦਾ, ਇੱਦਾਂ ਹੀ ਸਾਰੇ ਇਲੈਕਸ਼ਨ ਔਖੇ ਹੁੰਦੇ ਆ। ਕਿਉਂਕਿ ਲੱਖਾਂ ਵੋਟਰ ਆ, ਹਰ ਇੱਕ ਦੀ ਆਪਣੀ ਆਪਣੀ ਸੋਚ ਹੁੰਦੀ ਹੈ। ਲੇਕਿਨ ਮੈਨੂੰ ਇਸ ਗੱਲ ਦਾ ਬੜਾ ਮਾਣ ਆ, ਇਸ ਗੱਲ ਦੀ ਤਸੱਲੀ ਆ ਕਿ ਮੈਂ 5 ਸਾਲ ਬਤੌਰ ਸੇਵਾਦਾਰ ਆਪਣੇ ਹਲਕੇ 'ਚ ਵਿਚਰਿਆ, ਮੈਂ ਗੈਰ ਹਾਜ਼ਰ ਨਹੀਂ ਹੋਇਆ। ਮੈਂ ਜੇ 5 ਸਾਲਾਂ 'ਚ ਦੇਖਾਂ ਤੇ 15 ਕੁ ਦਿਨ ਮੇਰੀ ਮਾਤਾ ਜੀ ਬਿਮਾਰ ਹੋਏ, ਮੈਂ ਉਦੋਂ ਗੈਰ ਹਾਜ਼ਰ ਹੋਇਆ। ਅਦਰਵਾਈਜ਼ ਮੈਂ ਨਹੀਂ ਕਿਤੇ ਗਿਆ, ਮੈਂ ਤਾਂ ਕਿ ਵਿਦੇਸ਼ ਵੀ ਨਹੀਂ ਗਿਆ ਕਿਤੇ। ਮੈਂ ਤਾਂ ਮਨਪ੍ਰੀਤ ਜੀ, ਕਰੋਨਾ ਮਹਾਮਾਰੀ 'ਚ ਵੀ ਅਸੀਂ, ਸਾਡੀ ਪਾਰਟੀ ਦੇ ਅਕਾਲੀ ਦਲ ਦੇ ਜਥੇਦਾਰਾਂ ਨੇ, ਸਾਡੇ ਲੀਡਰਾਂ ਨੇ ਅਗਾਂਹ ਹੋ ਕੇ ਅਸੀਂ ਆਪਣਾ ਫਰਜ਼ ਨਿਭਾਇਆ। ਰਾਸ਼ਨ ਦਾ, ਦਵਾਈਆਂ ਦਾ, PPE ਕਿੱਟਾਂ ਦਾ ਅਸੀਂ ਫਰਜ਼ ਨਿਭਾਇਆ। ਅਸੀਂ ਅੰਦਰ ਵੜਨ ਵਾਲੇ ਲੋਕ ਨਹੀਂ, ਸੇਵਾ ਵਾਲੇ ਲੋਕ ਆ, ਸੇਵਾ ਕਰਾਂਗੇ। ਪਵਨ ਟਿੰਨੂ ਤਿਆਰ ਨੇ ਚੰਨੀ ਨੂੰ ਟੱਕਰ ਦੇਣੀ? ਮੈਂ ਤਾਂ, ਮੇਰੀ ਤਾਂ ਜਿਹੜੀ ਤਿਆਰੀ ਹੈ ਨਾ ਅਕਾਲੀ ਦਲ ਦੀ, ਬਸਪਾ ਦੀ,
ਉਹ ਤਾਂ ਕਾਂਗਰਸ ਨੂੰ ਧਵਸਤ ਕਰਨ ਦੀ ਤਿਆਰੀ ਆ, ਇਕੱਲੇ ਚੰਨੀ ਨੂੰ ਨਹੀਂ। ਚੰਨੀ ਨੂੰ ਤਾਂ ਮੈਂ ਇਹ ਬੇਨਤੀ ਕਰਦਾ ਵੀ ਇੱਕ ਸੀਟ ਤੋਂ ਇਲੈਕਸ਼ਨ ਲੜੋ, ਇੱਕ ਹਲਕੇ ਤੋਂ ਚੋਣ ਲੜੋ, ਚਾਹੇ ਆਦਮਪੁਰ ਤੋਂ ਲੜੋ ਚਾਹੇ ਕਿਤੇ ਹੋਰ ਲੜੋ। ਲੋਕਾਂ ਨੂੰ ਇਦਾਂ ਜੁਗਾੜਬੰਦੀ 'ਚ ਬੇਵਕੂਫ ਨਾ ਬਣਾਓ। ਕੱਲਾ ਆਦਮਪੁਰ ਤੋਂ ਚੁਣੌਤੀ ਦਿੰਦੇ ਹੋ ਚੰਨੀ ਉਹਨਾਂ ਨੂੰ? ਬਿਲਕੁਲ, ਦੇਖੋ ਗੱਲ ਇਹ ਆ, ਕੋਈ ਵੀ ਆ ਜਾਵੇ, ਚੋਣ ਤਾਂ ਲੜਨੀ ਹੈ, ਮੁੱਦਿਆਂ ਦੇ ਆਧਾਰ ਤੇ ਲੜਨੀ। ਅਸੀਂ ਜਿਹੜੇ ਜਦੋਂ ਸਾਡੀ ਸਰਕਾਰ ਸੀ, ਜਿਹੜੇ ਅਸੀਂ ਕੰਮ ਕੀਤੇ ਆ, ਅਸੀਂ ਉਹ ਲੈ ਕੇ ਜਾਵਾਂਗੇ, ਤੇ ਕਾਂਗਰਸ ਆਪਣੇ 5 ਸਾਲ ਦੇ ਕੰਮ ਲੈ ਕੇ ਜਾਵੇ। ਫੈਸਲਾ ਲੋਕਾਂ ਨੇ ਕਰਨਾ। ਅੱਛਾ, ਵੈਸੇ ਟੀਨੂ ਸਾਹਿਬ ਕਹਿੰਦੇ ਲੀਡਰਾਂ ਕੋ ਇਹੋ ਜਿਹੀਆਂ ਜਾਣਕਾਰੀਆਂ ਸਟੀਕ ਹੁੰਦੀਆਂ ਨੇ, ਇਹ ਤਾਂ ਸਿਆਸੀ ਗਲਿਆਰਿਆਂ 'ਚ ਚਰਚਾ ਹੀ ਹੁੰਦੀ ਪਈ ਹੈ ਕਿ ਚੰਨੀ ਆਦਮਪੁਰ ਤੋਂ ਲੜ ਸਕਦੇ ਨੇ। ਤੁਹਾਨੂੰ ਜਾਣਕਾਰੀ ਹੈ ਕਿ ਵਾਕਈ ਲੱਗਦਾ ਆ ਸਕਦੇ ਨੇ ਕਿ ਜਾਂ ਚਰਚਾਵਾਂ ਹੀ ਨੇ ਸਿਰਫ? ਦੇਖੋ, ਇਹ ਤਾਂ ਹੁਣ ਕਾਂਗਰਸ ਜਾਣਦੀ ਹੈ। ਉਮੀਦਵਾਰ ਕੋਈ ਵੀ ਆਏ, ਉਮੀਦਵਾਰ ਨੂੰ ਆ ਕੇ ਪਿੰਡਾਂ 'ਚ ਸ਼ਹਿਰਾਂ 'ਚ 5 ਸਾਲ ਦੀ ਕਾਰਜਕਾਰੀ ਸ਼ੋਅ ਕਰਨੀ ਪਏ। ਬਲਕਿ ਇੱਥੇ ਤੱਕ ਤੁਸੀਂ ਕੰਮ ਤਾਂ ਕੀਤਾ ਨਹੀਂ ਕਾਂਗਰਸ ਨੇ ਕੋਈ ਵੀ ਡਿਵੈਲਪਮੈਂਟ ਦਾ, ਹਾਜ਼ਰ ਵੀ ਨਹੀਂ ਰਹੇ 4.5 ਸਾਲ, ਲੋਕਾਂ ਦੇ ਦੁੱਖ ਸੁੱਖ ਵਿੱਚ ਵੀ ਨਹੀਂ ਆਏ। ਪਾਵਰ ਸੀ ਉਹਨਾਂ ਦੇ ਕੋਲ, ਚੇਅਰਮੈਨ ਵੀ ਰਹੇ, ਕੈਬਨਿਟ ਰੈਂਕ ਵੀ ਮਿਲ ਗਿਆ, ਕਿਉਂਕਿ ਚੰਨੀ ਸਾਹਿਬ ਕੁੜਮਿਆ ਉਹਨਾਂ ਦੇ ਹਲਕਾ ਇੰਚਾਰਜ ਸਾਹਿਬ ਦੇ, ਉਹਨਾਂ ਨੇ ਆਣ ਕੇ ਇਹਨਾਂ ਨੂੰ ਕੈਬਨਿਟ ਰੈਂਕ ਦੇ ਦਿੱਤਾ। ਕੈਪਟਨ ਸਾਹਿਬ ਨੇ ਉਹਨਾਂ ਨੂੰ ਪੁੱਛਿਆ ਸੀ ਵੀ ਆਦਮਪੁਰ ਹਲਕੇ ਦੀਆਂ ਦੱਸੋ ਕੰਮ ਕਿਹੜੇ ਆ। ਉਹਨਾਂ ਨੇ ਕਿਹਾ ਕੰਮ ਤਾਂ ਬਾਅਦ 'ਚ ਦੇਖੀ ਜਾਏਗੀ, ਪਹਿਲਾਂ ਤੁਸੀਂ ਮੈਨੂੰ ਤਾਂ ਕੁਛ ਦਿਓ। ਤਾਂ ਉਹਨਾਂ ਨੇ ਚੇਅਰਮੈਨ ਹੀ ਦੇ ਦਿੱਤੀ ਟੈਕਨੀਕਲ ਐਜੂਕੇਸ਼ਨ ਦੀ। ਸੋ ਬਾਕੀ ਫੈਸਲੇ ਤਾਂ ਲੋਕਾਂ ਅੱਛਾ ਟੀਨੂ ਸਾਹਿਬ, 4.5 ਸਾਲ ਦਾ ਤਾਂ ਪਤਾ ਨਹੀਂ, ਪਰ ਹੁਣ ਜਿਹੜੇ ਨੇ ਗੇੜੇ ਉਹਨਾਂ ਨੇ ਤੁਹਾਡੇ ਦੁਆਬੇ ਦੇ ਵਿੱਚ ਵਧਾਤੇ ਨੇ, ਡੇਰਾ ਬੱਲਾਂ ਦੇ ਵਿੱਚ ਕਈ ਵਾਰ ਵਿਜ਼ਿਟ ਕਰ ਚੁੱਕੇ ਨੇ, ਆਦਮਪੁਰ ਦੇ ਵਿੱਚ ਆ ਚੁੱਕੇ ਨੇ, ਕਿਤੇ ਮੁਸ਼ਕਿਲ ਨਾਲ ਖੜੀ ਕਰ ਦੇਣ? ਦੇਖੋ, ਧਾਰਮਿਕ ਸਥਾਨਾਂ ਤੇ ਡੇਰਿਆਂ ਦੇ ਗੇੜੇ ਤਾਂ ਸਾਰੀਆਂ ਪਾਰਟੀਆਂ ਲਾਣ ਡਈਆਂ, ਸਾਰੇ ਹੀ। ਚਲੋ ਜਾਣਾ ਵੀ ਹੁੰਦਾ ਆ, ਜਿੱਥੇ ਸੰਗਤ ਜਾ ਕੇ ਨਤਮਸਤਕ ਹੁੰਦੀ ਆ, ਉੱਥੇ ਸਾਡੀ ਵੀ ਆਸਥਾ ਹੁੰਦੀ ਆ, ਸਾਡਾ ਫਰਜ਼ ਹੁੰਦਾ, ਸੰਗਤ ਨਾਲ ਹੀ ਅਸੀਂ ਆ, ਤੇ ਸਾਰੇ ਜਾਂਦੇ ਆ। ਲੇਕਿਨ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਡੇਰਾ ਜਾਂ ਕੋਈ ਵੀ ਸੰਤ ਮਹਾਂਪੁਰਖ ਕੋਈ ਕਿਸੇ ਨੂੰ ਵੋਟ ਪਾਉਣ ਦਾ ਕਹਿ ਦਿੰਦੇ ਆ, ਕਿਉਂਕਿ ਉਹਨਾਂ ਨੂੰ ਵੀ ਪਤਾ ਹੁੰਦਾ ਆਖਰ ਉਹਨਾਂ ਦੀ ਵੀ ਸੰਗਤ ਆ, ਜਿਨ੍ਹਾਂ ਦੇ ਕੰਮ ਹੁੰਦੇ ਆ, ਤੇ ਉਹਨਾਂ ਦੇ ਕੰਮ ਕੌਣ ਕਰਵਾ ਸਕਦਾ, ਕਿਹੜੀ ਪਾਰਟੀ ਗਰੀਬ ਗੁਰਬੇ ਦੀ ਬਾਹ ਫੜਦੀ ਹੈ, ਕਿਹੜਾ ਕੈਂਡੀਡੇਟ ਜਿਹੜਾ ਗਰੀਬ ਗੁਰਬੇ ਦੇ ਨਾਲ ਖੜਦਾ ਆ, ਇਹ ਤਾਂ ਸੰਤਾਂ ਮਹਾਂਪੁਰਖਾਂ ਨੂੰ ਵੀ ਸਾਰੀ ਜਾਣਕਾਰੀ। ਅੱਛਾ ਟੀਨੂ ਸਾਹਿਬ, ਆਖਰੀ ਸਵਾਲ ਮੈਂ ਲਊਂਗਾ। ਵਿਕਰਮ ਮਜੀਠੀਆ ਹੁਣਾਂ ਨੂੰ ਜਿਸ ਤਰੀਕੇ ਦੇ ਨਾਲ FIR ਦਰਜ ਹੋਈ, ਬੇਸ਼ੱਕ ਜ਼ਮਾਨਤ ਹੋ ਗਈ ਉਹਨਾਂ ਦੀ, ਅਕਾਲੀ ਦਲ ਨੂੰ ਇੱਕ ਰਾਹਤ ਜ਼ਰੂਰ ਮਿਲੀ ਹੈ ਥੋੜੀ ਜ਼ਮਾਨਤ ਹੋਣ ਦੇ ਨਾਲ, ਪਰ ਰੰਧਾਵਾ ਕਹਿੰਦੇ ਨੇ ਕਿ ਅਸਲੀ ਟਿਕਾਣਾ ਵਿਕਰਮ ਮਜੀਠੀਆ ਦਾ ਕਹਿੰਦੇ ਸਲਾਖਾਂ ਦੇ ਪਿੱਛੇ ਹੀ ਆ, ਕਹਿੰਦੇ ਉੱਥੇ ਪਹੁੰਚਾ ਕੇ ਹਟਾਂਗੇ। ਜੇਕਰ ਇਦਾਂ ਦੀ ਕੋਈ ਨੌਬਤ ਆ ਗਈ ਤਾਂ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਨੂੰ ਵੱਡੀ ਢਾਹ ਲੱਗ ਜੂਗੀ? ਸੁਖਜਿੰਦਰ ਸਿੰਘ ਰੰਧਾਵਾ ਹੁਣ ਆਪਣਾ ਵਿਚਾਰ ਕਰਨਾ ਸ਼ੁਰੂ ਕਰ ਦੇਵੇ ਕਿ ਹੁਣ, ਕਿਉਂਕਿ ਤੁਹਾਡੇ ਕੋਲ ਆਖਰੀ ਜੋ ਤੁਸੀਂ ਸਾਜ਼ਿਸ਼, ਜੋ ਘਟੀਆ ਤੋਂ ਘਟੀਆ ਰਾਜਨੀਤੀ ਕਰ ਸਕਦੇ ਸੀ, ਜੋ ਤੁਸੀਂ ਅਫਸਰਾਂ ਨੂੰ ਵਰਤ ਸਕਦੇ ਸੀ, ਆਪਣਾ ਪਸੰਦੀਦਾ ਚੱਟੋ ਪਾਏ ਉਹ DGP ਲਿਆ ਕੇ, ਜੋ ਤੁਸੀਂ ਵੱਧ ਤੋਂ ਵੱਧ ਜ਼ਿਆਦਤੀ ਕਰ ਸਕਦੇ ਸੀ ਕਰ ਲਈ, ਉਹ ਹੁਣ ਮਾਣਯੋਗ ਹਾਈ ਕੋਰਟ ਨੇ ਬੇਲ ਦੇ ਦਿੱਤੀ। ਤੁਹਾਡਾ ਕੰਮ ਖਤਮ ਹੋ ਗਿਆ ਸਰਕਾਰ ਦਾ ਤੇ ਰੰਧਾਵਾ ਸਾਹਿਬ ਦਾ। ਹੁਣ ਤਾਂ ਤੁਸੀਂ ਦਿਨ ਗਿਣਨੇ ਸ਼ੁਰੂ ਕਰੋ, ਕਿਉਂਕਿ ਸਰਕਾਰ ਆ ਰਹੀ ਹੈ। ਇਹ ਸਾਰੇ ਲੇਖੇ ਜੋਖੇ ਤਾਂ ਹੋਣੇ ਹੀ ਆ ਨਾ, ਅਕਸਰ ਲੇਖੇ ਜੋਖੇ ਤਾਂ ਲੋਕਾਂ ਨੇ ਵੀ ਕਰਨੇ ਆ, ਹੋਣੇ ਆ ਲੇਖੇ ਜੋਖੇ। ਸੁਖਜਿੰਦਰ ਸਿੰਘ ਰੰਧਾਵਾ ਦਾ ਭੋਗਪੁਰ ਦੀ ਸ਼ੂਗਰ ਮਿਲ 'ਚ ਆ ਕੇ ਕਹਿ ਕੇ ਗਏ ਕਿ ਮੈਂ ਆਦਮਪੁਰ ਦੇ ਹਲਕੇ ਦੇ MLA ਨੂੰ ਵੀ ਅੰਦਰ ਕਰਨਾ, ਵੀ ਮੈਨੂੰ 2 ਸਰਪੰਚ ਲਿਖ ਕੇ ਦੇ ਦਿਓ। ਸੋ ਇਹ ਹੁਣ ਇਹਨਾਂ ਦੇ ਨਾ ਜਿਹੜੀ ਪਾਵਰ ਆ ਨਾ, ਸੱਤਾ ਆ ਜਿਹੜੀ, ਉਹ ਦਿਮਾਗ ਤੇ ਚੜ੍ਹ ਗਈ ਹੈ, ਸਿਰ ਚੜ੍ਹ ਗਈ, ਸਿਰ ਨੂੰ ਬੁਖਾਰ ਹੋ ਗਿਆ ਸੱਤਾ ਦਾ, ਇਸ ਕਰਕੇ ਇਦਾਂ ਦੀਆਂ ਗੱਲਾਂ ਕਰਦੇ। ਅੱਛਾ ਟੀਨੂ ਸਾਹਿਬ, ਇੱਕ ਸਵਾਲ ਮੇਰਾ ਰਹਿ ਗਿਆ। ਕੱਲ ਕੇਜਰੀਵਾਲ ਚੰਡੀਗੜ੍ਹ ਆਏ ਤਾਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਕਿਸਾਨ ਇਲੈਕਸ਼ਨ ਲੜੇ ਨੇ, ਜੇਕਰ ਵੱਖਰੇ ਤੌਰ ਤੇ ਲੜਦੇ ਨੇ ਤਾਂ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋਏਗਾ, ਤਾਂ ਕੇਜਰੀਵਾਲ ਉਹਨਾਂ ਨੇ ਇਹ ਗੱਲ ਮੰਨੀ, ਕਹਿੰਦੇ ਨੇ ਕਿ ਜੇਕਰ ਕਿਸਾਨ ਵੱਖਰੇ ਲੜੇ ਤਾਂ ਸਾਨੂੰ ਨੁਕਸਾਨ ਹੋਏਗਾ। ਹੁਣ ਕਿਸਾਨਾਂ ਦੇ ਵਿੱਚ ਅਕਾਲੀ ਦਲ ਦਾ ਵੀ ਇੱਕ ਕੈਡਰ ਹੈਗਾ, ਲੱਗਦਾ ਕਿ ਜੇਕਰ ਵੱਖਰੇ ਲੜੇ ਤਾਂ ਇਹਦਾ ਅਕਾਲੀ ਦਲ ਨੂੰ ਨੁਕਸਾਨ ਹੋ ਸਕਦਾ ਕੋਈ? ਦੇਖੋ ਇਦਾਂ ਆ ਵੀ ਕੋਈ ਵੀ ਸੈਕਸ਼ਨ ਹੋਵੇ,
ਚਾਹੇ ਵਪਾਰੀ ਆ, ਵਿਦਿਆਰਥੀ ਆ, ਕਿਸਾਨ ਆ, ਉਹ ਸਾਰਾ ਹੀ ਸੈਕਸ਼ਨ ਕਿਸੇ ਇੱਕ ਪਾਰਟੀ ਨਾਲ ਨਹੀਂ ਹੁੰਦਾ, ਮੈਜੋਰਟੀ 'ਚ ਹੋ ਸਕਦੇ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਪੱਕਾ ਕਿਸਾਨੀ ਸੈਕਸ਼ਨ ਆ ਜਿਹੜਾ 19-21 ਉਹਦੇ ਨਾਲ ਹੀ ਰਹਿੰਦਾ, ਤੇ ਜਿਹੜੇ ਵਿਰੋਧੀ ਆ ਉਹ ਅੱਜ ਤੁਸੀਂ ਅੰਦਾਜ਼ਾ ਲਾਓ ਵੀ ਉਹ ਕਈ ਥਾਂ ਵੰਡੇ ਗਏ। ਜਿਹੜੇ ਵਿਰੋਧੀ ਰਹੇ ਅਕਾਲੀ ਦਲ ਦੇ ਕਿਸਾਨ, ਥੋੜਾ ਜਿਹਾ ਉਹਨਾਂ ਦਾ ਹਿੱਸਾ ਹੈ, ਉਹ ਅੱਜ ਹੁਣ ਕਈ ਧੜਿਆਂ 'ਚ ਵੰਡੇ ਗਏ। ਕਾਂਗਰਸ, ਆਮ ਆਦਮੀ ਪਾਰਟੀ, ਬੀਜੇਪੀ ਤੇ ਕਿਸਾਨ ਪਾਰਟੀ। ਸੁਣੋ, ਜਿਹੜੇ ਵਿਰੋਧੀ ਸੀ ਕਿਸਾਨ, ਜਿਨ੍ਹਾਂ ਦੀ ਗਿਣਤੀ ਵੀ ਥੋੜੀ ਆ, ਔਰ 4 ਧੜਿਆਂ 'ਚ ਵੰਡੇ ਗਏ ਆ। ਜਿਹੜਾ ਅਕਾਲੀ ਦਲ ਦਾ ਕੋਰ ਵੋਟਰ ਆ ਕਿਸਾਨੀ ਦਾ, ਉਹ ਉਹਦੇ ਨਾਲ ਇੰਟੈਕਟ ਖੜਾ ਹੁਣ। ਤਾਂ ਤੁਸੀਂ ਅੰਦਾਜ਼ਾ ਲਾ ਲਓ ਰਿਜ਼ਲਟ ਕੀ ਹੋਏਗਾ। ਜੇ 25 ਸੀ ਉਹ 4 ਥਾਂ ਵੰਡੇ ਗਏ ਆ, ਜਿਹੜੇ 70-75 ਆ ਉਹ ਅਕਾਲੀ ਦਲ ਨਾਲ ਖੜੇ ਆ, ਤਾਂ ਰਿਜ਼ਲਟ ਸਾਫ਼ ਹੈ ਹੁਣ। ਯਾਨੀ ਕਿ ਕੋਈ ਨੁਕਸਾਨ ਨਹੀਂ ਅਕਾਲੀ ਦਲ ਨੂੰ। ਅਕਾਲੀ ਦਲ ਨੂੰ ਬਹੁਤ ਫਾਇਦਾ ਹੋਇਆ। ਠੀਕ ਹੈ, ਤੈਨੂੰ ਸਭ ਧੰਨਵਾਦ ਸਮਾਂ ਦੇਣ ਦੇ ਲਈ। ਸੋ ਇਹ ਆਦਮਪੁਰ ਤੋਂ ਐਮਐਲਏ ਪਵਨ ਕੁਮਾਰ ਟੀਨੂ ਹੈਗੇ ਨੇ, ਜਿਹੜੇ ਤਿਆਰ ਹੈਗੇ ਨੇ, ਕਿਉਂਕਿ ਚਰਚਾਵਾਂ ਚੱਲਦੀਆਂ ਪਈਆਂ ਨੇ ਕਿ ਸੀਐਮ ਚਰਨਜੀਤ ਸਿੰਘ ਚੰਨੀ ਆਦਮਪੁਰ ਤੋਂ ਇਲੈਕਸ਼ਨ ਲੜ ਸਕਦੇ ਨੇ। ਪਰ ਪਵਨ ਕੁਮਾਰ ਟੀਨੂ ਹੋਣਾ ਨੇ ਸਿੱਧੀ ਚੁਣੌਤੀ ਦਿੱਤੀ ਹੈ ਕਿ ਜੇਕਰ ਚਰਨਜੀਤ ਸਿੰਘ ਚੰਨੀ ਹੋਣਾ ਨੇ ਇਲੈਕਸ਼ਨ ਲੜਨੀ ਹੈ ਤਾਂ ਇੱਕ ਸੀਟ ਤੋਂ ਲੜਨ, ਲੋਕ ਫੈਸਲਾ ਕਰ ਦੇਣਗੇ ਕਿ ਕਿਹਦੇ ਹੱਕ ਦੇ ਵਿੱਚ ਭੁਗਤਣਾ। ਕਿਹਾ ਗਿਆ ਕਿ ਲੰਬਾ ਸਮਾਂ ਇਹ ਸੱਤਾ ਤੋਂ ਵਿੱਚ ਰਹਿ ਕੇ ਲੋਕਾਂ ਦੇ ਵਿੱਚੋਂ ਗੈਰ ਹਾਜ਼ਰ ਰਹੇ ਨੇ, ਇਸ ਕਾਰਨ ਲੋਕ ਫੈਸਲਾ ਸੁਣਾ ਦੇਣਗੇ ਕਿ ਕਿਹਦੇ ਹੱਕ ਦੇ ਵਿੱਚ ਇਸ ਵਾਰ ਭੁਗਤਣਾ। ਪਰ ਆਦਮਪੁਰ ਤੋਂ ਚਰਨਜੀਤ ਸਿੰਘ ਚੰਨੀ ਹੋਣਾ ਨੂੰ ਟੱਕਰ ਦੇਣ ਦੇ ਲਈ ਪਵਨ ਕੁਮਾਰ ਟੀਨੂ ਪੂਰੀ ਤਰ੍ਹਾਂ ਤਿਆਰ ਨੇ। ਕੈਮਰਾਮੈਨ ਅਵੀ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, ਟੀਵੀ ਪੰਜਾਬ, ਜਲੰਧਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।